ਬਾਦਸ਼ਾਹ ਗਿਆ ਸ਼ਿਕਾਰ ਖੇਡਣ ਵਾਸਤੇ ਜੰਗਲ ਵਿੱਚ। ਸ਼ਿਕਾਰ ਖੇਡਦਿਆਂ ਖੇਡਦਿਆਂ ਬਾਦਸ਼ਾਹ ਥੱਕ ਗਿਆ ਤੇ ਥੱਕਣ ਤੋਂ ਬਾਅਦ ਉਹਨੇ ਵੇਖਿਆ ਜੰਗਲ ਦੇ ਵਿੱਚ ਇੱਕ ਬੰਦਾ ਬੈਠਾ ਹੈ ਤੇ ਉਹਦੇ ਕੋਲ ਮਟਕਾ ਹੈ ਪਾਣੀ ਵਾਲਾ। ਤੇ ਬਾਦਸ਼ਾਹ ਨੂੰ ਪਿਆਸ ਵੀ ਲੱਗੀ ਸੀ। ਬਾਦਸ਼ਾਹ ਗਿਆ ਉਹਦੇ ਕੋਲ, ਉਹਨੇ ਆਖਿਆ ਯਾਰ ਮੈਨੂੰ ਨਾ ਇੱਕ ਗਲਾਸ ਪਾਣੀ ਦਾ ਪਿਆ। ਬੰਦੇ ਨੇ ਅੱਗੋਂ ਆਖਿਆ ਕਿ ਮੇਰੇ ਕੋਲ ਜਿਹੜਾ ਮਟਕਾ ਇਹਦੇ ਵਿੱਚ ਪਾਣੀ ਵੀ ਸਿਰਫ ਇੱਕ ਗਲਾਸ ਹੈ, ਅਗਰ ਮੈਂ ਉਹ ਤੁਹਾਨੂੰ ਦੇ ਦੇਵਾਂ ਮੈਨੂੰ ਤੇ ਫਿਰ ਦੁਬਾਰਾ ਪਾਣੀ ਭਰਨਾ ਪੈ ਜਾਏਗਾ, ਲਿਹਾਜ਼ਾ ਮੈਂ ਤੁਹਾਨੂੰ ਪਾਣੀ ਨਹੀਂ ਦਿੰਦਾ। ਹੁਣ ਉਹ ਵੀ ਵਕਤ ਦਾ ਬਾਦਸ਼ਾਹ ਸੀ, ਉਹਨੇ ਵੀ ਦੂਸਰੀ ਵਾਰੀ ਪੁੱਛਣ ਆਪਣੀ ਤੋਹੀਨ ਸਮਝੀ। ਉਹਨੇ ਆਖਿਆ ਚਲੋ ਠੀਕ ਹੈ। ਬਾਦਸ਼ਾਹ ਜਦੋਂ ਟੁਰਨ ਲੱਗਾ ਉਹਦੇ ਜ਼ਿਹਨ 'ਚ ਕੋਈ ਖਿਆਲ ਆਇਆ ਤੇ ਉਹਨੇ ਇੱਕ ਰੁੱਕਾ ਲਿਖਿਆ, ਰੁੱਕਾ ਲਿਖ ਕੇ ਉਸ ਬੰਦੇ ਨੂੰ ਉਹਨੇ ਦੇ ਦਿੱਤਾ। ਉਹਨੇ ਕਿਹਾ ਜਦੋਂ ਵੀ ਤੂੰ ਜੰਗਲ ਤੋਂ ਬਾਹਰ ਨਿਕਲੇ ਜਾਂ ਜੰਗਲ ਦੇ ਵਿੱਚ ਵੀ ਤੈਨੂੰ ਕਿਸੇ ਸ਼ੈ ਦੀ ਜ਼ਿੰਦਗੀ 'ਚ ਜ਼ਰੂਰਤ ਪੈ ਜਾਏ ਤੇ ਤੂੰ ਇਸ ਰੁੱਕੇ ਦੇ ਉੱਤੇ ਆ ਜਾਣਾ, ਤੇਰੀ ਉਹ ਜ਼ਰੂਰਤ ਪੂਰੀ ਹੋ ਜਾਏਗੀ। ਉਹ ਕਹਿ ਕੇ ਬਾਦਸ਼ਾਹ ਚਲਾ ਗਿਆ। ਬਾਦਸ਼ਾਹ ਅਗਾ ਸ਼ਿਕਾਰ ਖੇਡਦਾ ਰਿਹਾ, ਵਾਪਸ ਉਹ ਆਪਣੇ ਮਹਿਲ 'ਚ ਆ ਗਿਆ। ਕਈ ਦਿਨ ਗੁਜ਼ਰ ਗਏ ਤੇ ਕਈ ਦਿਨਾਂ ਬਾਅਦ ਬਾਦਸ਼ਾਹ ਨੂੰ ਉਹਦੇ ਵਜ਼ੀਰ ਨੇ ਆ ਕੇ ਆਖਿਆ ਜੀ ਕੋਈ ਬੰਦਾ ਆਇਆ ਤੇ ਆ ਤੁਹਾਡਾ ਰੁੱਕਾ ਲਈ ਫਿਰਦਾ ਸੀ ਤੇ ਉਹ ਆਂਦਾ ਸੀ ਕਿ ਤੈਨੂੰ ਕਿਸੇ ਵੀ ਸ਼ੈ ਦੀ ਜ਼ਰੂਰਤ ਪਵੇ ਤੇ ਤੂੰ ਇੱਕ ਵਾਰੀ ਮੇਰੇ ਕੋਲ ਜ਼ਰੂਰ ਆਉਣਾ। ਬਾਦਸ਼ਾਹ ਇੱਕਦਮ ਸਿੱਧਾ ਹੋ ਕੇ ਬੈਠ ਗਿਆ। ਬਾਦਸ਼ਾਹ ਨੇ ਆਖਿਆ ਇਹ ਤੇ ਮੇਰਾ ਬੜਾ ਹੀ ਅਹਿਮ ਬੰਦਾ ਹੈ, ਲਿਹਾਜ਼ਾ ਇਹਨੂੰ ਪਹਿਲੇ ਨਵਾਓ ਧਵਾਓ, ਇਹਦੇ ਕੱਪੜੇ ਚੇਂਜ ਕਰਾਓ, ਉਸ ਤੋਂ ਬਾਅਦ ਇਹਨੂੰ ਬਿਹਤਰੀਨ ਕਿਸਮ ਦਾ ਜਿਹੜਾ ਮਸ਼ਰੂਬ ਪੇਸ਼ ਕਰੋ। ਬਾਦਸ਼ਾਹ ਨੇ ਜਿਵੇਂ ਆਖਿਆ, ਵਜ਼ੀਰ ਨੇ ਆਖਿਆ ਜੀ ਹੁਣੇ ਤਮੀਲ ਹੋ ਜਾਂਦੀ। ਉਹ ਗਿਆ ਜੀ, ਉਹਨੇ ਬਿਹਤਰੀਨ ਕਿਸਮ ਦੇ ਉਹਨੂੰ ਕੱਪੜੇ ਪਵਾਏ ਗਏ, ਉਹਨੂੰ ਬਿਹਤਰੀਨ ਕਿਸਮ ਦੇ ਮਸ਼ਰੂਬ ਪਿਲਾਏ ਗਏ। ਉਸ ਤੋਂ ਬਾਅਦ ਬਾਦਸ਼ਾਹ ਨੇ ਆਖਿਆ ਜੀ ਇਹਨੂੰ ਜਿਹੜਾ ਨਾ ਬਿਹਤਰੀਨ ਕਿਸਮ ਦਾ ਖਾਣਾ ਖਵਾਇਆ ਜਾਏ। ਉਹਦੇ ਅੱਗੇ ਜਨਾਬ ਆਲਾ 7-8 ਕਿਸਮ ਦੇ ਖਾਣੇ ਆ ਗਏ। ਫਿਰ ਬਾਦਸ਼ਾਹ ਨੇ ਆਪਣੇ ਵਜ਼ੀਰ ਨੂੰ ਆਖਿਆ ਕਿ ਇਹਨੂੰ ਮਜ਼ੀਦ ਜਿਹੜਾ ਆਪਣੇ ਕੋਲ ਜਿਹੜਾ ਆਪਣੇ ਦਰਬਾਰ ਦਾ ਸਭ ਤੋਂ ਚੰਗਾ ਖਾਣਾ ਹੈ ਉਹ ਇਹਨੂੰ ਦਿੱਤਾ ਜਾਏ। ਮਜ਼ੀਦ ਖਾਣੇ ਆ ਗਏ ਉਹਦੇ ਅੱਗੇ। ਤੇ ਫਿਰ ਵਜ਼ੀਰ ਆਇਆ, ਉਹਨੇ ਆਖਿਆ ਜੀ ਹਰ ਤਰ੍ਹਾਂ ਦੀ ਉਹਦੀ ਖਿਦਮਤ ਕਰਤੀ। ਬਾਦਸ਼ਾਹ ਨੇ ਆਖਿਆ ਇਹਦੀ ਮਜ਼ੀਦ ਖਿਦਮਤ ਕੀਤੀ ਜਾਏ ਤੇ ਜਿਹੜੀ ਮੇਰੇ ਮਹਿਲ ਦੀ ਸਭ ਤੋਂ ਅਹਿਮ ਤਰੀਨ ਚੀਜ਼ ਹੈ, ਸ਼ਹਿਦ ਹੈ, ਕੋਈ ਵੀ ਚੀਜ਼ ਹੈ ਜਿਹੜੀ ਤੁਸੀਂ ਸਮਝਦੇ ਹੋ ਉਹ ਇਹਦੇ ਅੱਗੇ ਪੇਸ਼ ਕੀਤਾ ਜਾਏ। ਉਹਨੇ ਆਖਿਆ ਜੀ ਠੀਕ ਹੈ। ਉਹਨੂੰ ਜਨਾਬ ਯਾਰਾ ਸ਼ਹਿਦ ਪੇਸ਼ ਕੀਤਾ ਗਿਆ, ਬਹੁਤ ਹੀ ਮਜ਼ੇਦਾਰ ਕਿਸਮ ਦਾ ਦੁੱਧ ਪੇਸ਼ ਕੀਤਾ ਗਿਆ। ਕਿੱਸਾ ਮੁਖਤਸਰ ਕਿ ਉਹਦੀ ਇੰਨੀ ਕੁ ਖਿਦਮਤ ਕੀਤੀ ਗਈ ਜਿੰਨੀ ਕਿ ਇੱਕ ਬਾਦਸ਼ਾਹ ਕਰ ਸਕਦਾ ਸੀ। ਰਾਤ ਪਈ, ਸਵੇਰੇ ਵਜ਼ੀਰ ਗਿਆ ਉਸ ਕਮਰੇ 'ਚ, ਉਹਨੇ ਵੇਖਿਆ ਕਿ ਉਹ ਬੰਦਾ ਮਰ ਗਿਆ। ਵਜ਼ੀਰ ਬੜਾ ਪਰੇਸ਼ਾਨ ਹੋਇਆ। ਉਹਨੇ ਆਖਿਆ ਬਾਦਸ਼ਾਹ ਤੇ ਮੈਨੂੰ ਮਾਰ ਛੱਡਣਾ। ਇਹ ਬਾਦਸ਼ਾਹ ਦਾ ਇੰਨਾ ਖਾਸ ਬੰਦਾ ਸੀ, ਬਾਦਸ਼ਾਹ ਤੇ ਇੰਨੀ ਦਫਾ ਮੈਨੂੰ ਕਿਹਾ ਕਿ ਇਹਦੀ ਖਿਦਮਤ ਕੀਤੀ ਜਾਏ, ਇਹਦੇ ਅੱਗੇ ਬਿਹਤਰੀਨ ਕਿਸਮ ਦੇ ਖਾਣੇ ਪੇਸ਼ ਕੀਤੇ ਜਾਣ, ਮਸ਼ਰੂਬ ਪੇਸ਼ ਕੀਤਾ ਜਾਏ। ਵਜ਼ੀਰ ਬੜਾ ਡਰ ਗਿਆ। ਉਹ ਡਰਦਾ ਡਰਦਾ ਬਾਦਸ਼ਾਹ ਸਲਾਮਤ ਕੋਲ ਪਹੁੰਚ ਗਿਆ। ਉਹਨੇ ਆਖਿਆ ਜੀ ਇੱਕ ਬੜੀ ਅਫਸੋਸਨਾਕ ਖਬਰ ਹੈ। ਤੇ ਬਾਦਸ਼ਾਹ ਨੇ ਆਖਿਆ ਉਹ ਕੀ ਹੈ? ਉਹਦਾ ਹੁਣ ਕਦੀ ਦਿਲ ਕਰੇ ਮੈਂ ਦੱਸਾਂ, ਕਦੀ ਦਿਲ ਕਰੇ ਮੈਂ ਨਾ ਦੱਸਾਂ। ਉਹ ਡਰਿਆ ਸੀ ਵੀ ਇੰਨਾ ਬਾਦਸ਼ਾਹ ਦਾ ਅਹਿਮ ਬੰਦਾ ਮਰ ਗਿਆ। ਖੈਰ ਜੀ ਉਹਨੇ ਡਰਦਿਆਂ ਡਰਦਿਆਂ ਦੱਸਿਆ, ਉਹਨੇ ਕਿ ਬਾਦਸ਼ਾਹ ਸਲਾਮਤ ਜਿਹੜਾ ਤੁਹਾਡਾ ਮਹਿਮਾਨ ਆਇਆ ਸੀ ਨਾ ਉਹ ਮਰ ਗਿਆ। ਬਾਦਸ਼ਾਹ ਨੇ ਸੁਣਿਆ ਤੇ ਬਾਦਸ਼ਾਹ ਅੱਗੋਂ ਹੱਸ ਪਿਆ। ਵਜ਼ੀਰ ਨੂੰ ਕੋਈ ਗੱਲ ਸਮਝ 'ਚ ਨਾ ਆਵੇ ਕਿ ਇੰਨਾ ਅਹਿਮ ਤਰੀਨ ਮਹਿਮਾਨ ਸੀ, ਇੰਨੀਆਂ ਉਹਦੀਆਂ ਖਿਦਮਤਾਂ ਹੋਈਆਂ ਨੇ, ਹੁਣ ਉਹਦੀ ਮਰਨ ਦੀ ਖਬਰ ਆ ਕੇ ਮੈਂ ਬਾਦਸ਼ਾਹ ਨੂੰ ਦੱਸੀ। ਬਾਦਸ਼ਾਹ ਅੱਗੋਂ ਹੱਸ ਪਿਆ ਤੇ ਹੱਸਦਿਆਂ ਹੱਸਦਿਆਂ ਬਾਦਸ਼ਾਹ ਨੇ ਆਖਿਆ ਜੇ ਹੁਣ ਵੀ ਨਾ ਮਰਦਾ ਤੇ ਫਿਰ ਉਹ ਕਦੋਂ ਮਰਦਾ? ਸਾਰੀ ਗੱਲ ਕਰਨ ਦਾ ਮਕਸਦ ਇਹ ਵੇ ਕਿ ਸਾਡੇ ਮਾਸ਼ਰੇ ਦੇ ਵਿੱਚ, ਸਾਡੀਆਂ ਰਿਸ਼ਤੇਦਾਰੀਆਂ ਦੇ ਵਿੱਚ, ਸਾਡੀਆਂ ਬਰਾਦਰੀਆਂ ਦੇ ਵਿੱਚ ਬਹੁਤ ਸਾਰੇ ਲੋਕ ਇੱਕ ਦੂਸਰੇ ਨਾਲ ਤਲਕ ਕਾਇਮ ਕਰਦੇ ਨੇ ਤੇ ਉਹ ਤਲਕ ਦੇ ਵਿੱਚ ਬਾਦਸ਼ਾਹਾਂ ਤਰ੍ਹਾਂ ਇੱਕ ਦੂਜੇ ਨਾਲ ਵਰਤਦੇ ਨੇ। ਉਹ ਪੈਸੇ ਦੀ ਸੂਰਤ ਵਿੱਚ, ਉਹ ਵਕਤ ਦੀ ਸੂਰਤ ਵਿੱਚ, ਜਾਂ ਉਹ ਕਿਸੇ ਦੀ ਸੂਰਤ ਵਿੱਚ ਵੀ ਹੈ। ਲੇਕਿਨ ਬਾਜ਼ ਔਕਾਤ ਸਾਡੇ ਮਾਸ਼ਰੇ ਦੇ ਵਿੱਚ ਐਸੇ ਲੋਕ ਵੀ ਨੇ ਜਦੋਂ ਵਕਤ ਆਉਂਦਾ ਹੈ ਤੇ ਦੂਸਰੇ ਬੰਦੇ ਦਾ ਜਿਹੜਾ ਰਵੱਈਆ ਹੁੰਦਾ ਹੈ ਉਹ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਜੰਗਲ ਵਿੱਚ ਬੈਠੇ ਹੋਏ ਉਸ ਬੰਦੇ ਦਾ ਸੀ, ਕਿ ਉਹ ਵਕਤ ਆਉਣ ਤੇ ਇੱਕ ਗਲਾਸ ਪਾਣੀ ਦਾ ਵੀ ਨਹੀਂ ਪੁੱਛਦੇ, ਜਦ ਕਿ ਦੂਸਰੀ ਤਰਫੋਂ ਲੋਕ ਆਪਣਾ ਸਾਰਾ ਕੁਝ ਹੀ ਉਹਨਾਂ ਦੇ ਉੱਤੇ ਕੁਰਬਾਨ ਕਰਕੇ ਬੈਠੇ ਹੁੰਦੇ ਨੇ। ਮੇਰਾ ਤੁਹਾਨੂੰ ਸਾਰਿਆਂ ਨੂੰ ਇਹ ਮਸ਼ਵਰਾ ਹੈ ਕਿ ਤੁਸੀਂ ਜਦੋਂ ਵੀ ਆਪਣੀ ਰਿਸ਼ਤੇਦਾਰਾਂ ਦੇ ਵਿੱਚ, ਆਪਣੀ ਬਰਾਦਰੀ ਦੇ ਵਿੱਚ, ਆਪਣੀਆਂ ਯਾਰੀਆਂ ਦੋਸਤੀਆਂ ਦੇ ਵਿੱਚ ਕਦੀ ਕਿਸੇ ਨਾਲ ਵਰਤਦੇ ਹੋ ਪੈਸੇ ਦੀ ਸੂਰਤ ਵਿੱਚ, ਟਾਈਮ ਦੀ ਸੂਰਤ ਵਿੱਚ, ਜਾਂ ਕਿਸੇ ਵੀ ਸੂਰਤ ਵਿੱਚ, ਤੇ ਕਮ ਅਜ਼ ਕਮ ਤੁਸੀਂ ਐਸੇ ਬੰਦੇ ਨਾਲ ਵਰਤੋ, ਐਸੇ ਬੰਦੇ ਨੂੰ ਆਪਣਾ ਟਾਈਮ ਤੇ ਪੈਸਾ ਦਿਓ ਜਿਹੜਾ ਵਕਤ ਆਉਣ ਤੇ ਉਹ ਜੰਗਲ ਵਿੱਚ ਬੈਠੇ ਹੋਏ ਬੰਦੇ ਤਰ੍ਹਾਂ ਨਾ ਹੋਵੇ। ਅੱਲਾ ਹਾਫਿਜ਼।